ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਪਾਵਨ ਸ਼ਬਦ 51 ਅੰਗ ਦੇ ਉੱਤੇ 797 ਸ਼ਬਦ 97ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਨੇ। 96 ਸ਼ਬਦ ਹੋ ਚੁੱਕੇ ਨੇ। ਬਹੁਤ ਸਾਰੇ ਪ੍ਰੇਮੀ ਜਨਾਂ ਨੂੰ ਨਹੀਂ ਪਤਾ ਹੋਣਾ ਕਿ ਹੁਣ ਕੱਲ੍ਹ ਤੋਂ ਲੈ ਕੇ ਦੁਪਹਿਰ ਦੇ ਸਮੇਂ ਵੀ 12:15 ਤੋਂ 1:15 ਇਹ ਕਥਾ ਅੱਗੇ ਹੋਈ ਹੈ ਔਰ ਹਰ ਰੋਜ਼ ਸਵੇਰੇ 4-5 ਸ਼ਬਦ ਅਤੇ ਉਸ ਤੋਂ ਅੱਗੇ ਫਿਰ ਦੁਪਹਿਰੇ ਜਿੰਨੇ ਸ਼ਬਦ ਮਹਾਰਾਜ ਕਰਾ ਲੈਂਦੇ ਨੇ। ਸੋ ਇਹਦਾ ਕਾਰਨ ਜੇ ਇੱਕੋ ਸਮੇਂ ਕਥਾ ਕਰੀਏ ਤਾਂ ਰਿਕਾਰਡਿੰਗ ਹੁੰਦਿਆਂ 4 ਸਾਲ ਲੱਗ ਸਕਦੇ ਨੇ। ਇਸ ਕਰਕੇ ਉਹ ਸਮੇਂ ਨੂੰ ਘਟਾਉਣ ਲਈ ਕਥਾ 2 ਵਾਰ ਪ੍ਰਾਰੰਭ ਹੋਈ ਹੈ ਤਾਂ ਕਿ ਥੋੜ੍ਹੇ ਸਮੇਂ ਵਿੱਚ ਕਥਾ ਸੰਗਤਾਂ ਸ਼ਰਵਣ ਕਰ ਲੈਣ। ਜਿੱਥੇ ਨਾਲ ਨਾਲ ਕਥਾ ਉੱਥੇ ਸੰਥਿਆ ਵੀ ਹੋਵੇਗੀ। ਇਸੇ ਤਰ੍ਹਾਂ ਛੇਤੀ ਤੋਂ ਛੇਤੀ ਇਹ ਸੀਡੀਜ਼ ਤਿਆਰ ਹੋ ਕੇ ਸੰਗਤਾਂ ਤੱਕ ਵੀ ਪਹੁੰਚਣ। ਸ਼ਾਮ ਦੀ ਕਥਾ ਦਾ ਸਮਾਂ ਵੀ ਸਮਾਂ ਪਾ ਕੇ ਹੋਰ ਵਧਾਵਾਂਗੇ, ਜਿਸ ਕਰਕੇ ਬਰਾਬਰ ਸੰਪੂਰਨਤਾ ਹੋਵੇ। ਔਰ ਸਤਿਗੁਰੂ ਕਿਰਪਾ ਕਰਨ ਕੱਲ੍ਹ ਦੁਪਹਿਰ ਦੇ ਸਮੇਂ ਤੱਕ ਕੁੱਲ 96 ਸ਼ਬਦ ਹੋਏ ਸਨ। ਆਓ ਅੱਗੇ ਸਤਿਗੁਰੂ ਮਹਾਰਾਜ 5ਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਸੋ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮੁਕੰਮਲ ਤਿਆਰੀ ਹੋ ਗਈ ਤਾਂ ਉਸ ਵਕਤ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਸਨਮੁਖ ਸ਼ੁਕਰਾਨੇ ਵਜੋਂ ਇਹ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ। ਧੰਨ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਸਰੂਪਾਂ ਦੇ ਅੱਗੇ ਬੇਨਤੀ ਕੀਤੀ। ਸ੍ਰੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਘਰ 7ਵਾਂ। 7ਵੇਂ ਘਰ ਸੁਰਤਾਲ ਗਾਉਣ ਦਾ ਹੁਕਮ ਕਰਦੇ ਨੇ। ਰਾਗੀ ਸਿੰਘਾਂ ਲਈ ਹਰਹਾਉ ਦੀਆਂ ਪੰਕਤੀਆਂ ਨੇ। ਸੁਹੇਲਾ ਕਹਿਨ ਕਹਾਵਨ। ਜ਼ੁਬਾਨੀ ਆਪ ਜੀ ਦੇ ਜਸ ਦਾ ਕਹਿਣਾ ਤੇ ਕਹਾਉਣਾ ਇਹ ਬੜਾ ਸੌਖਾ ਹੈ। ਤੇਰਾ ਬਿਖਮ ਭਾਵਨ, ਜਿਹੜਾ ਆਪ ਜੀ ਦਾ ਭਾਵਨ ਭਾਣਾ ਜਾਂ ਭਾ ਜਾਣਾ ਇਹ ਬੜਾ ਬਿਖਮ ਹੈ, ਬੜਾ ਕਠਨ ਹੈ। ਇਹ ਗੱਲ ਕਹਿ ਦੇਣੀ ਕਿ ਭਾਣਾ ਮੰਨੋ ਜੀ ਕਹਿਣਾ ਸੌਖਾ ਹੈ। ਸੁਹੇਲਾ ਕਹਿਨ ਕਹਾਵਨ ਤੇਰਾ ਬਿਖਮ ਭਾਵਨ, ਪਰ ਭਾਵਨ ਜਿਹੜਾ ਭਾਣਾ ਤੇਰਾ ਹੈ, ਤੁਹਾਨੂੰ ਭਾ ਜਾਣਾ ਹੈ, ਇਹ ਬਹੁਤ ਕਠਨ ਹੈ, ਔਖਾ ਹੈ। ਹੁਣ ਸ਼ਬਦ ਪ੍ਰਾਰੰਭ ਕਰਦੇ ਨੇ। ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ। ਇਹ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਮਹਾਰਾਜ, ਆਪ ਜੀ ਦੇ ਭਰੋਸੇ ਕਰਕੇ ਮੈਨੇ ਸ੍ਰੀ ਹਰਿਮੰਦਰ ਸਾਹਿਬ ਦਾ ਬਣਾਇਆ, ਲਾਡ ਲਡਾਇਆ ਹੈ। ਅਸੀਂ ਪਿਤਾ ਜਾਣਦੇ ਹਾਂ, ਆਪ ਹੀ ਸਾਡੇ ਪਿਤਾ ਹੋ। ਜਿਵੇਂ ਬਾਲਕ ਪਿਤਾ ਨਾਲ ਪਿਆਰ ਕਰਦਾ ਹੈ, ਅਸੀਂ ਆਪ ਦੇ ਪਿਆਰ, ਸ਼ਰਧਾ, ਭਾਵਨਾ, ਆਪ ਜੀ ਦੀ ਸਮਰੱਥਾ ਨੂੰ ਲੈ ਕੇ ਆਪ ਦੀ ਕਿਰਪਾ ਸਦਕਾ ਇਹ ਸਾਰਾ ਕਾਰਜ ਕੀਤਾ ਹੈ। ਭੂਲਹਿ ਚੂਕਹਿ ਬਾਰਿਕ ਤੂੰ ਹਰ ਪਿਤਾ ਮਾਇਆ। ਅਸੀਂ ਆਪ ਜੀ ਦੇ ਬਾਲਕੇ ਜਿਹੜੇ ਹਨ, ਬੱਚੇ ਛੋਟੇ ਛੋਟੇ, ਹਮੇਸ਼ਾ ਹੀ ਭੁੱਲ ਚੁੱਕ ਕਰਨ ਵਾਲੇ ਹਾਂ। ਸੋ ਕਹਿਣ ਤੋਂ ਭਾਵ ਭੁੱਲ ਜਾਣਾ ਮਨੁੱਖ ਦੀ ਆਦਤ ਹੈ। ਚੁੱਕਣਾ, ਕਿਸੇ ਗੱਲ ਤੋਂ ਚੁੱਕ ਜਾਣਾ, ਇਹ ਚੀਜ਼ ਇੱਕੋ ਹੀ ਹੈ। ਭੁੱਲੈ ਚੁੱਕ ਹੈ, ਉਹ ਮੈਂ ਉਸ ਗੱਲ ਤੋਂ ਉੱਕ ਗਿਆ ਜਾਂ ਚੁੱਕ ਗਿਆ। ਇਸ ਤਰ੍ਹਾਂ ਉਸ ਗੱਲ ਤੋਂ ਅਚਾਨਕ ਹੀ ਇਹ ਭੁੱਲ ਚੁੱਕ ਹੋ ਗਈ, ਸਾਤੋਂ ਗਲਤੀ ਹੋ ਗਈ। ਬੱਚੇ ਹਮੇਸ਼ਾ ਭੁੱਲਦੇ ਚੁੱਕਦੇ ਨੇ। ਇਸ ਕਰਕੇ ਤੁਸੀਂ ਹਰੀ ਸਰੂਪ ਸਤਿਗੁਰੂ ਆਪ ਮੇਰੇ ਮਾਤਾ ਪਿਤਾ ਰੂਪ ਹੋ, ਸਾਨੂੰ ਮਾਫ ਕਰਨਾ, ਸਾਥੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ। ਸੁਹੇਲਾ ਕਹਿਨ ਕਹਾਵਨ, ਕਹਿਣਾ ਕਹਾਉਣਾ ਜ਼ੁਬਾਨ ਦੇ ਨਾਲ ਬੜਾ ਸੌਖਾ ਹੁੰਦਾ। ਕੁਝ ਵੀ ਭਾਣਾ ਮੰਨਣਾ ਜਾਂ ਤੁਹਾਡਾ ਜਸ ਕਰਨਾ, ਜਸ ਦਾ ਕਹਿਣਾ ਵੀ ਤੇ ਕਹਾਉਣਾ ਵੀ ਇਹ ਬੜਾ ਸੌਖਾ ਤਾਂ ਹੈ। ਪਰ ਤੇਰਾ ਬਿਖਮ ਭਾਵਨ, ਜਿਹੜਾ ਆਪ ਜੀ ਨੂੰ ਭਾ ਜਾਣਾ ਫਿਰ ਜਸ ਕਰਨਾ ਇਹ ਕਠਨ ਹੈ। ਅਥਵਾ ਜਿਹੜਾ ਆਪ ਜੀ ਦਾ ਭਾਣਾ ਮੰਨਣਾ ਕਹਿਣਾ ਤਾਂ ਸੌਖਾ ਹੈ। ਕਹਿਣ ਕਹਾਉਣ ਦੀਆਂ ਗੱਲਾਂ ਵੱਖਰੀਆਂ ਹੁੰਦੀਆਂ ਨੇ,
पर जदों आपदे ते बनदी आ के उदों जीव नूं फिर भाणा मनना बहुत औखा हो जाता। रहाओ महाराज विश्राम दे के इस तरह फिर फरमाउंदे ने, हਉ माण ताण करों तेरा, हਉ जानो आपा। मैं अपने मन विच तुहाडा ही माण ਅਤੇ ਤਾਣ ਕਰਦਾ। ਮਨ ਦੇ ਅੰਦਰ ਮਾਣ ਅਤੇ ਸਰੀਰਕ ਤਾਣ ਤੁਹਾਡਾ ਹੀ ਬਖਸ਼ਿਆ ਮੰਨਦਾ। ਮੈਂ ਆਪ ਜੀ ਨੂੰ ਆਪਣਾ ਹੀ ਜਾਣਦਾ ਜੀ। ਸਭ ਹੀ ਮੱਧ ਸਭੈ ਤੇ ਬਾਹਰ, ਬੇਮੁਹਤਾਜ ਬਾਪਾ। ਆਪ ਸਾਰਿਆਂ ਦੇ ਮੱਧ ਤੋਂ ਭਾਵ ਵਿੱਚ ਹੋ ਅਤੇ ਸਾਰਿਆਂ ਤੋਂ ਬਾਹਰ ਵੀ ਹੋ। ਇਹ ਪਿਤਾ ਜੀ ਆਪ ਕਿਸੇ ਦੇ ਅਧੀਨ ਨਹੀਂ ਹੋ, ਬੇਮੁਹਤਾਜ ਹੋ ਆਪ। ਪਰਮਾਤਮਾ ਕਿਉਂਕਿ ਪ੍ਰਕਾਸ਼ ਰੂਪ ਹੋਣ ਕਰਕੇ ਸਾਰਿਆਂ ਦੇ ਅੰਦਰ ਵੀ ਹੈ, ਸਾਰਿਆਂ ਦੇ ਬਾਹਰ ਵੀ ਹੈ। ਉਹਦਾ ਪ੍ਰਕਾਸ਼ ਪਾਰਦਰਸ਼ੀ ਹੈ। ਉਹਦੇ ਲਈ ਕੋਈ ਕੰਧ ਨਹੀਂ, ਕੋਈ ਘਰ ਨਹੀਂ, ਕੋਈ ਪਹਾੜ ਨਹੀਂ, ਕੋਈ ਧਰਤੀ ਨਹੀਂ। ਉਹਦਾ ਪ੍ਰਕਾਸ਼ ਸਰਬ ਵਿਆਪਕ ਹੈ, ਹਰ ਜਗ੍ਹਾ ਦੇ ਉੱਤੇ ਵਿਆਪਕ ਹੈ। ਪਿਤਾ ਹਉ ਜਾਨੋ ਨਾਹੀ ਤੇਰੀ ਕਵਨ ਜੁਗਤਾ। ਇਹ ਪਿਤਾ ਜੀ ਮੈਂ ਜਾਣਦਾ ਨਹੀਂ ਹਾਂ ਕਿ ਤੁਹਾਡੀ ਪ੍ਰਸੰਨਤਾ ਦੀ ਕਿਹੜੀ ਜੁਗਤੀ ਹੈ। ਕੋਈ ਵੀ ਜੁਗਤੀ ਜਾਣਦਾ ਨਹੀਂ ਹਾਂ, ਕਿਸੇ ਪ੍ਰਕਾਰ ਦੀ ਵੀ ਸੇਵਾ ਦੀ, ਭਗਤੀ ਭਾਵਨਾ ਦੀ, ਤੁਹਾਨੂੰ ਪ੍ਰਸੰਨ ਕਰਨ ਦੀ ਮੈਨੂੰ ਜੁਗਤੀ ਨਹੀਂ ਆਉਂਦੀ ਕੋਈ। ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸ਼ਾਂਤ ਆਤਮਾ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਓ, ਆਪ ਸੰਸਾਰਕ ਬੰਧਨਾਂ ਤੋਂ ਮੁਕਤ ਹੋ, ਤੁਹਾਨੂੰ ਕੋਈ ਬੰਧਨ ਨਹੀਂ ਹੈ, ਪਰ ਆਪ ਮੇਰੀ ਮਮਤਾ ਰੱਖਦੇ ਹੋ। ਇਹ ਮਮਤਾ ਕਿ ਇਹ ਮੇਰਾ ਦਾਸ ਹੈ, ਇਹ ਮੇਰਾ ਸੇਵਕ ਹੈ, ਸੋ ਇਹ ਸਾਡੀ ਨਾਦੀ ਔਲਾਦ ਹੈ, ਇਹ ਸਾਡਾ ਭਗਤ ਹੈ। ਭਗਤਾਂ ਉੱਤੇ ਤੁਹਾਡੀ ਮਿਹਰ ਹੁੰਦੀ ਹੈ, ਸੇਵਕਾਂ ਤੇ ਮਿਹਰ ਹੁੰਦੀ ਹੈ, ਇਹ ਮੇਰਾ ਹੈ। ਸੋ ਇਸ ਤਰ੍ਹਾਂ ਵਾਹਿਗੁਰੂ ਦੇ ਚਰਨਾਂ 'ਚ, ਅਕਾਲ ਪੁਰਖ ਦੇ ਚਰਨਾਂ 'ਚ, ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਮਹਾਰਾਜ ਕਰਦੇ ਨੇ। ਫਿਰ ਅਕਾਲ ਪੁਰਖ ਦੇ ਚਰਨਾਂ 'ਚ ਕਿਵੇਂ ਕਰਦੇ ਨੇ? ਜਗਿਆਸੂ ਪਰਮਾਤਮਾ ਦੇ ਸਨਮੁਖ ਜਿਵੇਂ ਬੇਨਤੀ ਕਰਦਾ ਹੈ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ। ਇਹ ਪਿਆਰੇ ਵਾਹਿਗੁਰੂ, ਆਪਦੇ ਭਰੋਸੇ ਕਰਕੇ ਮੈਂ ਜਾਪ ਤਪ ਰੂਪ ਲਾਡ ਲੜਾਇਆ, ਲਾਡ ਨੂੰ ਬਣਾਇਆ ਹੈ। ਤੁਹਾਡੇ ਭਰੋਸੇ ਕਰਕੇ ਹੀ ਮੈਂ ਸਾਰਾ ਕੁਝ ਸ਼ੁਰੂ ਕੀਤਾ। ਜੋ ਜੋ ਆਪ ਕਥਾ ਵਿੱਚ ਦੱਸਦੇ ਹੋ, ਗੁਰਬਾਣੀ ਰਾਹੀਂ ਦੱਸਦੇ ਹੋ, ਸਾਨੂੰ ਆਉਂਦਾ ਤਾਂ ਨਹੀਂ ਕੁਛ ਕਰਨਾ, ਪਰ ਅਸੀਂ ਦੇਖਾ ਦੇਖੀ ਸੁਣ ਸੁਣਾ ਕੇ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵੀ ਕੁਛ ਕਰ ਸਕੀਏ, ਸੇਵਾ ਤੇ ਭਗਤੀ ਕਰ ਸਕੀਏ, ਕਿਉਂਕਿ ਅਸੀਂ ਇੰਨੇ ਜ਼ਿਆਦਾ ਸਿਆਣੇ ਨਹੀਂ ਹਾਂ ਜੀ। ਸਾਤੋਂ ਸੇਵਾ ਕਰਦਿਆਂ ਵੀ, ਬਾਣੀ ਪੜ੍ਹਦਿਆਂ ਵੀ, ਹੋਰ ਕੁਝ ਕਰਦਿਆਂ ਹੋਇਆਂ, ਸਭ ਕਰਦਿਆਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਮਹਾਰਾਜ। ਭੂਲਹਿ ਚੂਕਹਿ ਬਾਰਿਕ ਤੂੰ ਹਰ ਪਿਤਾ ਮਾਇਆ। ਮੈਂ ਜੋ ਬੱਚਾ ਹੋਇਆ ਜੀ ਆਪ ਦਾ, ਬਿਲਕੁਲ ਛੋਟਾ ਜਿਹਾ ਬਾਲਕਾ ਸਰੂਪ ਤੋਂ ਭੁੱਲਿਆ ਹੋਇਆ ਹਾਂ ਅਤੇ ਸਿਮਰਨ ਤੋਂ ਚੁੱਕਿਆ ਹੋਇਆ, ਕਿਉਂਕਿ ਸਰੂਪ ਦੀ ਭੁੱਲ ਹੈ ਮੈਨੂੰ ਨਹੀਂ ਪਤਾ ਕਿ ਮੇਰਾ ਸਰੂਪ ਹੈ ਕਿ। ਮੈਂ ਤਾਂ ਆਪਣੇ ਬਾਹਰਲੇ ਦੇਹੀ ਨੂੰ ਹੀ ਆਪਣਾ ਸਰੂਪ ਸਮਝੀ ਜਾਂਦਾ। ਅਸਲ ਵਿੱਚ ਜਿਹੜਾ ਸਰੂਪ ਹੁੰਦਾ ਅੰਦਰ ਆਤਮਕ, ਉਹਨੂੰ ਨਹੀਂ ਮੈਂ ਜਾਣਦਾ ਅਤੇ ਸਿਮਰਨ ਤੋਂ ਮੈਂ ਚੁੱਕਿਆ ਹੋਇਆ। ਮੈਂ ਸਿਮਰਨ ਕਰਦਾ ਹੀ ਨਹੀਂ, ਬਹੁਤ ਘੱਟ ਕਰਦਾ ਹਾਂ। ਆਪ ਜੀ ਸਾਡੇ ਮਾਤਾ ਪਿਤਾ ਹੋ, ਕਿਰਪਾ ਕਰਕੇ ਜਿਹੜੇ ਜਿਵੇਂ ਮਾਂ ਬਾਪ ਔਗਣ ਬਖਸ਼ ਦਿੰਦੇ ਨੇ, ਆਪ ਸਾਡੇ ਔਗਣ ਬਖਸ਼ ਦਿਓ ਜੀ। ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖਸ ਤੇਤੇ। ਰਾ ਮਈਆ ਹਉ ਬਾਰਿਕ ਤੇਰਾ ਕਾਹੇ ਨਾ ਖੰਡਸ। ਅਵਗੁਣ ਮੇਰਾ ਜੇ ਅਤ ਕਰੂਪ ਕਰੇ ਕਰ ਧਾਇਆ। ਤਾਂ ਵੀ ਚੀਤ ਨਾ ਰਾਖਸ ਮਾਇਆ। ਚਿੰਤ ਭਵਨ ਪਨ ਮਨ ਪਰਿਓ ਹਮਾਰਾ। ਨਾਮ ਬਿਨਾ ਕੈਸੇ ਉਤਰਸ ਪਾਰਾ। ਸੋ ਇਸ ਕਰਕੇ ਅਸੀਂ ਆਪ ਦੇ ਬੱਚੇ ਹਾਂ, ਸਾਨੂੰ ਕਿਰਪਾ ਕਰਕੇ ਬਖਸ਼ ਦਿਓ। ਸਿਮਰਨ ਵਿੱਚ ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ ਸਾਤੋਂ ਬਹੁਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਕਿਉਂਕਿ ਸਾਡੀ ਬੁੱਧੀ ਜਿਹੜੀ ਹੈ ਭੁੱਲਣਹਾਰ ਹੈ। ਸਾਡਾ ਮਨ ਵੀ ਇੱਦਾਂ ਦਾ ਹੀ ਹੈ। ਭੁੱਲ ਹੋ ਗਈ, ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ ਚੁੱਕ ਗਏ। ਕਦੋਂ? ਜਦੋਂ ਸੁਰਤੀ ਕਿਤੇ ਹੋਰ ਚਲੀ ਗਈ, ਕਈ ਵਾਰ ਪੰਗਤੀ ਰਹਿ ਗਈ, ਕਈ ਵਾਰ ਸੇਵਾ ਕਰਦਿਆਂ ਚੇਤਾ ਹੀ ਨਾ ਰਿਹਾ ਵੀ ਇੱਥੇ ਝੂਠਾ ਹੱਥ ਨਹੀਂ ਸੀ ਲਾਉਣਾ। ਇਹੀਆਂ ਜਿਹੀਆਂ ਸਾਤੋਂ ਗਲਤੀਆਂ ਹੋ ਜਾਂਦੀਆਂ ਨੇ,
जैसा बालक भाए सुभाई लख अपराध कमावै, कर उपदेश झिड़के बहु भांति, बहुड़ पिता गल आवै। सुहेला कहन कहावन, अपने आप ਨੂੰ ਚੰਗਾ ਕਹਿਣਾ ਹੋਰਾਂ ਕੋਲੋਂ ਵੀ ਚੰਗਾ ਕਹਾਉਣਾ ਤਾਂ ਸੌਖਾ ਹੈ, ਪਰ ਤੇਰਾ ਵਿਖਮ ਭਾਵਨ ਆਪ ਜੀ ਦਾ ਭਾਣਾ ਮੰਨਣਾ ਜਿਹੜਾ ਬੜਾ ਕਠਿਨ ਹੈ। ਚੰਗਾ ਚੰਗਾ ਕਹਾ ਲੈਣਾ ਤਾਂ ਬੜਾ ਸੌਖਾ ਹੈ, ਪਰ ਜਦੋਂ ਆਪਦੇ ਤੇ ਸੰਕਟ ਪੈਦਾ ਹੁੰਦਾ ਉਦੋਂ ਬੰਦਾ ਭਾਣਾ ਨਹੀਂ ਮੰਨ ਸਕਦਾ। ਉਹਦਾ ਕਿਉਂ ਭਾਣਾ ਤਾਂ ਮੰਨਦਾ ਜੇ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣੇ। ਫਿਰ ਗੱਲਾਂ ਬਾਤਾਂ ਕਰਨ ਵਾਲੇ ਦਾ ਪਤਾ ਲੱਗ ਜਾਂਦਾ ਹੈ ਕਿ ਗੱਲੀ ਗੱਲੀ ਹੈ ਸਾਰਾ ਕੁਛ, ਅੰਦਰ ਇਹਦੇ ਕੁਛ ਵੀ ਨਹੀਂ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਆਪ, ਹਉ ਮਾਣ ਤਾਣ ਕਰਉ ਤੇਰਾ, ਹਉ ਜਾਨੋ ਆਪਾ। ਮੈਂ ਆਪਣੇ ਮਨ ਵਿੱਚ ਆਪ ਜੀ ਦਾ ਹੀ ਮਾਣ ਤਾਣ ਧਾਰਨ ਕਰਦਾ, ਮੈਂ ਆਪ ਜੀ ਨੂੰ ਹੀ ਆਪਣਾ ਮਾਲਕ ਸਮਝਦਾ ਕਿ ਤੁਸੀਂ ਮੇਰੇ ਹੋ। ਸਭ ਹੀ ਮਦ ਸਭ ਹੈ ਤੇ ਬਾਹਰ, ਬੇਮੋਹਤਾਜ ਬਾਪਾ। ਇਸ ਕਰਕੇ ਅਸਤੀ ਭਾਂਤੀ ਪ੍ਰਿਆ ਰੂਪ ਹੋ ਕੇ ਆਪ ਸਾਰਿਆਂ ਦੇ ਵਿੱਚ ਹੋ ਅਤੇ ਅਬਿਨਾਸੀ ਰੂਪ ਹੋ ਕੇ ਆਪ ਸਾਰਿਆਂ ਤੋਂ ਬਾਹਰ ਹੋ। ਇਹ ਅਸਤੀ ਭਾਂਤੀ ਪ੍ਰਿਆਦਿਕ ਜਿਹੜੇ ਅੱਖਰ ਨੇ ਇਹਨਾਂ ਦੀ ਸਮਝ ਪੂਰੀ ਲੈਣ ਲਈ ਆਪਾਂ ਨੂੰ ਪਹਿਲੀ ਜਿਹੜੀ ਜਪਜੀ ਸਾਹਿਬ ਦੀ ਕਥਾ ਕੀਤੀ ਹੋਈ ਆ ਜਾਂ ਆਤਮਿਕ ਗਿਆਨ ਜਿਹੜਾ ਸੀੜੀਆਂ 'ਚ ਭਰਿਆ ਹੋਇਆ ਪਹਿਲਾਂ, ਉਹਦੇ 'ਚ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਸੋ ਇਸ ਕਰਕੇ ਆਪ ਜੀ ਸਾਰਿਆਂ ਦੇ ਵੱਡੇ ਹੋਂ, ਇਹ ਸਾਰਿਆਂ ਦੇ ਪਿਤਾ ਰੂਪ ਪਰਮਾਤਮਾ ਆਪ ਮੁਥਾਜੀ ਤੋਂ ਰਹਿਤ ਹੋਂ ਜੀ। ਪਿਤਾ ਹੋਂ ਜਾਨੋ ਨਾਹੀ ਤੇਰੀ ਕਵਨ ਜੁਗਤਾ। ਇਹ ਸਾਰਿਆਂ ਦੇ ਪਿਤਾ ਰੂਪ ਪਰਮਾਤਮਾ, ਮੈਂ ਇਹ ਨਹੀਂ ਜਾਣਦਾ ਕਿ ਤੇਰੀ ਪ੍ਰਾਪਤੀ ਦੀ ਜੁਗਤੀ ਕਿਹੜੀ ਹੈ। ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। हे ਸੰਤੋ ਸ਼ਾਂਤ ਆਤਮਾ ਪ੍ਰਭੂ, ਆਪ ਸੰਸਾਰਕ ਬੰਧਨਾਂ ਤੋਂ ਮੁਕਤ ਰਹਿਤ ਹੋ, ਪਰ ਫਿਰ ਵੀ ਆਪ ਸੰਤਾਂ ਦੀ ਨਿਆਈ ਮੇਰੀ ਮਮਤਾ ਰੱਖਦੇ ਹੋ। ਪਰਮਾਤਮਾ ਆਪਣੇ ਭਗਤਾਂ ਦੀ ਸਿੱਧੀ ਹੋਈ ਮਮਤਾ ਰੱਖਦਾ। ਪਰਮਾਤਮਾ ਦੇ ਪਿਆਰੇ ਵੀ ਮਮਤਾ ਰੱਖਦੇ ਨੇ ਆਪਣੇ ਪਿਆਰਿਆਂ ਵਿੱਚ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਪਰਮਾਤਮਾ ਨੂੰ ਸਾਰਾ ਗਿਆਨ ਹੁੰਦਾ। ਜਦੋਂ ਕਿਸੇ ਨੂੰ ਦੁੱਖ ਹੁੰਦਾ ਤਾਂ ਪਰਮਾਤਮਾ ਨੂੰ ਹੀ ਹੁੰਦਾ, ਜਦੋਂ ਕਿਸੇ ਨੂੰ ਸੁੱਖ ਹੁੰਦਾ ਤਾਂ ਉਹ ਕਹਿੰਦੇ ਇਹ ਵੀ ਮੈਨੂੰ ਹੀ ਹੁੰਦਾ, ਕਿਉਂਕਿ ਮੈਂ ਸਾਰਿਆਂ 'ਚ ਹੀ ਬੈਠਾ ਆਪ ਹੀ। ਔਰ ਇਸ ਚੀਜ਼ ਨੂੰ ਮੈਂ ਮਾਣਦਾ ਹਾਂ ਆਪਣੇ ਪਿਆਰਿਆਂ ਦੇ ਰਾਹੀਂ। ਇਸੇ ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਇੰਨਾ ਕਸ਼ਟ ਨਹੀਂ ਸੀ ਕੋਈ ਸਹਾਰ ਸਕਦਾ। ਪੁਰਾਣਿਆਂ ਸਮੇਂ ਦੀਆਂ ਗੱਲਾਂ ਵੱਖਰੀਆਂ ਸੀ। ਮਹਾਰਾਜ ਦੇ ਆਉਣ 'ਤੇ ਜਾਂ ਤੱਤੀ ਤਵੀ 'ਤੇ ਬਹਿਣਾ, ਪਰਮੇਸ਼ਰ ਨੇ ਆਪ ਬੈਠ ਕੇ ਗੁਰੂ ਅਰਜਨ ਦੇਵ ਰੂਪ ਹੋ ਕੇ ਜਿੰਨੇ ਵੱਡੇ ਪਰਮੇਸ਼ਰ ਆਪ ਨੇ ਉਨੇ ਵੱਡੇ ਕਸ਼ਟ ਨੂੰ ਸਹਾਰ ਕੇ ਦਿਖਾਇਆ। 9ਵੇਂ ਸਰੂਪ ਵਿੱਚ ਕਸ਼ਟ ਨੂੰ ਸਹਾਰ ਕੇ ਦਿਖਾਇਆ, 10ਵੇਂ ਰੂਪ ਦੇ ਵਿੱਚ ਵੀ ਕਸ਼ਟ ਨੂੰ ਸਹਾਰ ਕੇ ਦਿਖਾਇਆ। ਅਥਵਾ ਸਾਰੇ ਜੀਵਾਂ ਦੇ ਵਿੱਚ ਬਹਿ ਕੇ ਆਪਣੇ ਗੁਰਸਿੱਖ ਪ੍ਰੇਮੀਆਂ ਦੇ ਅੰਦਰ ਬੈਠ ਕੇ ਕਸ਼ਟ ਨੂੰ ਸਹਾਰ ਕੇ ਪਰਮੇਸ਼ਰ ਨੇ ਹੀ ਦਿਖਾਇਆ। ਬੰਦ ਕਟਵਾ ਕੇ, ਸੀਸ ਪਰ ਆਰਾ ਚਲਵਾ ਕੇ, ਦੇਗੇ 'ਚ ਉਬਲ ਕੇ, ਰੂਮ ਵਿੱਚ ਸੜ ਕੇ, ਇਹ ਪਰਮੇਸ਼ਰ ਦੀ ਹੀ ਰਜਾ ਹੈ। ਖੁਸ਼ ਹੁੰਦੇ ਨੇ। ਮੇਰਾ ਜਿਹੜਾ ਭਗਤ ਹੈ, ਮੇਰੀ ਜਿਹਦੇ ਤੇ ਮਮਤਾ ਹੈ, ਉਹ ਮੇਰੇ ਲਈ ਕਿੰਨੀ ਕੁ ਕੁਰਬਾਨੀ ਕਰ ਸਕਦਾ। ਦੇਖੀ ਉਹ ਕਿੰਨਾ ਕੁ ਮੇਰੇ ਵਾਸਤੇ ਕਰ ਸਕਦਾ। ਪਰਮੇਸ਼ਰ ਜੀ ਕਿਉਂਕਿ ਪੁਰਖ ਨੇ, ਇਸ ਕਰਕੇ ਉਹ ਪੁਰਖ ਹੋਣ ਕਰਕੇ ਅਕਾਲ ਪੁਰਖ, ਸੋ ਪੁਰਖ, ਸਤਿਪੁਰਖ ਹੋਣ ਕਰਕੇ ਯੋਧੇ ਵੀ ਨੇ, ਮਹਾਬਲੀ ਵੀ ਨੇ, ਜੰਗਜੂ ਵੀ ਨੇ। ਸੋ ਜਿੰਨੇ ਸ਼ਸਤਰ ਬਣਾਏ ਨੇ ਆਪ ਨੇ ਬਣਾਏ। ਜੰਗ ਪਹਿਲਾਂ ਆਪ ਨੇ ਕੀਤੀ ਦੈਂਤਾਂ ਦੇ ਨਾਲ। ਇਸ ਕਰਕੇ ਉਹ ਮਾੜੀ ਮਾੜੀ ਗੱਲ ਉੱਤੇ ਰੀ ਨਹੀਂ ਕਰਨ ਦਿੰਦੇ ਆਪਣੇ ਸਿੱਖ ਨੂੰ। ਮਾੜੀ ਜਿਹੀ ਗੱਲ ਹੋ ਗਈ ਉੱਥੇ ਉਲੰਭ ਦੇਣ ਲੱਗ ਜਾਣਾ, ਐਸਾ ਨਹੀਂ ਕੀਤਾ ਉਹਨਾਂ ਨੇ। ਉਹ ਕਹਿੰਦੇ ਤਕੜਾ ਹੋ ਕੇ ਚੱਲ, ਮੇਰਾ ਬਣਨਾ ਹੈ ਤਾਂ ਫਿਰ ਜੋ ਮੈਂ ਚਾਹੁੰਦਾ ਉਸ ਤਰ੍ਹਾਂ ਕਰ। ਮੈਂ ਦੇਖਣਾ ਚਾਹੁੰਦਾ ਕਿ ਤੂੰ ਮੇਰੇ ਲਈ ਸਿਰ ਦਿੰਦਾ ਕਿ ਨਹੀਂ ਦਿੰਦਾ। ਮੈਂ ਦੇਖਣਾ ਹੈ ਤੈਨੂੰ ਤਲੀ 'ਤੇ ਰੱਖ ਕੇ ਖੰਡਾ ਖੜਕਾਉਂਦਾ ਕਿ ਨਹੀਂ ਖੜਕਾਉਂਦਾ। ਮੇਰਾ ਜੋ ਹੋਇਆ ਤੂੰ। ਮਾਮੂਲੀ ਦੇਵੀ ਦੇਵਤਿਆਂ ਦਾ ਬੰਦਾ ਨਹੀਂ ਇਸ ਤਰ੍ਹਾਂ ਕਰ ਸਕਦਾ, ਪਰ ਤੂੰ ਮੇਰਾ। ਇਸ ਕਰਕੇ ਜਿਹੜਾ ਪਰਮੇਸ਼ਰ ਦਾ ਹੈ ਉਹ ਦੁਨੀਆ ਤੋਂ ਨਿਆਰਾ ਹੀ ਹੈ। ਉਹ ਨਿਆਰੀਆਂ ਹੀ ਗੱਲਾਂ ਕਰਦਾ। ਖਾਲਸਾ ਸਭ ਤੋਂ ਨਿਰਾਲੇ ਹੀ ਕਾਰਜ ਕਰਦਾ। ਖਾਲਸੇ ਦੇ ਉਹ ਕੰਮ ਨੇ ਜਿਹੜੇ ਕੋਈ ਕਰ ਹੀ ਨਹੀਂ ਸਕਦਾ। ਮੇਰੇ 40 ਪੁੱਤ ਚਮਕੌਰ ਦੀ ਗੜੀ 'ਚ ਲੜੇ ਤਾਂ 20 ਲੱਖ ਫੌਜ ਨਾਲ ਲੜੇ। ਖਾਲਸੇ ਦੀ ਨਿਆਰੀ ਗੱਲ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋ ਮੇਰਾ ਹੋਇਆ, ਮੇਰੇ ਭਗਤ ਦੇ ਕਾਰਨਾਮੇ ਵੱਖਰੇ ਹੀ ਹੋਣਗੇ ਸੰਸਾਰ ਨਾਲੋਂ। ਮੇਰਾ ਭਗਤ ਹਰੇਕ ਕਸ਼ਟ ਨੂੰ ਸਹਾਰਨ ਨੂੰ ਸਮਰੱਥ ਹੈ।
मेरा पुੱਤ माड़ा मोटा नहीं हो सकता, छोटा मोटा कच्चा पिल्ला साडा पुੱਤ नहीं हो सकता। इस करके महाराज सच्चे पातशाह ने बड़े बड़े जख्म देखने। आनंदपुर साहब जदों ਸਿੰਘਾਂ ने जख्मी हो जाना, लिया करके उत्थे भोज पत्तर जिहा बन देना उपर, सो ਉਹਦੇ ਨਾਲ काफ़ी आराम आउंदा। एक होर पत्तर सी दरखत का पत्ता, सतगुरां ने बस जाके सवेरे देखना, हाँ भी किन्ना क जख्म है दिखाओ। जदों निगाह पाउणी जख्म राजी कर देना, जदों निगाह पाउणी बस निगाह नाल ही जख्म राजी हुंदा सी, क्योंकि अमृत दृष्ट बरसदी सी, उसे वक्त ही जख्म राजी कर देना। इस करके महाराज सच्चे पातशाह दे हुंदियां खालसे नूं ये फिक्र नहीं है असीं तरांगे जां नहीं तरांगे, आ बनेगा कि नहीं बनेगा, क्योंकि साडे सतगुरु तां सर्ब कला समर्थ ने। इस करके उन्हां दे उत्ते पूर्ण भरोसा अपना होर उपर नूं चुकना, डिगदे हुए भरोसे नूं फेर चुकना कि मेरे सतगुरु बहुत समर्थ ने। सो जिवें आप जी ने प्रहलाद नूं अपना पुत्तर जान के रखिया कीती, उवें महाराज मेरी रखिया करदे हो जी। संसार बंधना तो मुक्त जो संत ने, उन्हां संतां विच भी मेरी ममता आपस में मेरी गिनती रखदे हो जी तुसीं। ये भी मेरा है एक सेवक। आप बंधना तो मुक्त हो, शांत आत्मा हो, मेर तेर दी ममता जो दुख रूप है, उस वल्लों अपने सेवकां नूं रोक के भी रखदे हो कि तुसीं मेर तेर विच नहीं जाना। भए किरपाल ठाकुर रहयो आवण जाना। हे मालक जी, ठा को तेर उत्पत्ति लैता पालना करन वाले ठाकुर हे परमेश्वर, जदों आप कृपालू होए तां संसार विच जिहड़ा आउणा जाना जमना मरना रहयो रह ही गया, खत्म ही हो गया। गुर मिल नानक पार ब्रह्म पछाणा। महाराज कथन करते हैं कि गुरां दे नाल मिल के ये पार ब्रह्म परमेश्वर जी, मैं आप जी नूं गुरां दे नाल मिल के पछाणिया। गुरां ने मेरे ते मेहर कीती, ओह निगाह मैनूं दित्ती, मेरे सिर ते मेहर भरिया हथ रखिया। जदों उदों मेरी अंदरली जिहड़ी दिव दृष्टि सी ओह खुल गई। दृष्टि खुल्लण नाल मैनूं तुसीं नज़र आए। मोटी मोटी चीज़ तां इन्हां मोटियां अखां नाल ही दिख जांदी, पर क्योंकि तुसीं बहुत सूखम हो, इस करके आप सूखम रूप विच होण करके महाराज ने मेरी सूखम बिरती सूखम निगाह जदों खोली तां तुहाडा दर्शन पाया। श्री राग महला पंजवा घर पहला। पंचम पिता गुरु अर्जन देव जी श्री राग दे बख्शिश करदे। पहले घर सुरतार च गाउण दा हुक्म कीर्तनी ਸਿੰਘਾਂ वास्ते है। संत जना मिल भाईया कटियड़ा जमकाल। ਇਹ ਭਾਈ ਕਹਿੰਦੇ ਅਸੀਂ ਤਾਂ ਸੰਤ ਜਨਾਂ ਦੇ ਨਾਲ ਮਿਲ ਕੇ ਨਾ ਜਮਕਾਲ ਨੂੰ ਕੱਟ ਦਿੱਤਾ, ਜੰਮਣਾ ਤੇ ਮਰਨਾ ਜਿਹੜਾ ਸੀ ਇਹ ਕੱਟ ਦਿੱਤਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਸੰਤ ਜਨਾਂ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸੰਤਾਂ ਨੇ ਦਿਵਾਇਆ ਹੈ ਗੁਰਾਂ ਪਾਸੋਂ। इस तरह पंजां प्यारिਆਂ ਤੋਂ ਪਹਿਲਾਂ ਲਿਆ ਹੋਵੇ, फिर महापुरख प्रकाश रूप ਵਿੱਚ ਜਿਹੜਾ ਨਾਮ ਦਾ ਕਿਣਕਾ ਮਿਲਦਾ ਉਹ ਦਵਾ ਦਿੰਦੇ ਨੇ। ਸੱਚਾ ਸਾਹਿਬ ਮਨ ਉਠਾ ਹੋਵਾ ਖਸਮ ਦਇਆਲ। ਖਸਮ ਜੋ ਗੁਰੂ ਸਾਹਿਬ ਜੀ ਜਦੋਂ ਦਿਆਲੂ ਹੋਏ ਤਾਂ ਸੱਚਾ ਸਾਹਿਬ ਪ੍ਰਮਾਤਮਾ ਮਨ ਵਿੱਚ ਵਸ ਗਿਆ। ਜਦੋਂ ਸਤਿਗੁਰੂ ਦੀ ਦਿਆਲਤਾ ਹੁੰਦੀ ਹੈ, ਸਤਿਗੁਰੂ ਜੀ ਅੰਦਰ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਉਹ ਸਾਰਾ ਅੰਦਰਲਾ ਸਿਸਟਮ ਠੀਕ ਕਰ ਦਿੰਦੇ ਨੇ ਸਾਡਾ, ਜਿਹਦੇ ਕਰਕੇ ਪਰਮਾਤਮਾ ਹਿਰਦੇ 'ਚ ਵਸਦਾ ਸਾਡੇ। ਫਿਰ ਅੰਦਰ ਜਿਹੜੇ ਭਰਮ ਦੇ ਛੌੜ ਨੇ ਉਹਨਾਂ ਨੂੰ ਸਤਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਹੀ ਕੱਟ ਦਿੰਦੇ ਨੇ, ਅੰਦਰਲੇ ਹਨੇਰੇ ਨੂੰ ਦੂਰ ਕਰ ਦਿੰਦੇ ਨੇ, ਪਾਪਾਂ ਨੂੰ ਦੂਰ ਕਰ ਦਿੰਦੇ ਨੇ, ਬੁੱਧੀ ਨੂੰ ਸ਼ੁੱਧ ਕਰ ਦਿੰਦੇ ਨੇ ਤੱਕ ਕੇ। ਪਰਮਾਤਮਾ ਦੇ ਬੈਠਣ ਦੀ ਜਿਹੜੀ ਥਾਂ ਹੈ ਅੰਤਸ਼ਕਰਨ, ਉਸ ਸੇਜਾਂ ਨੂੰ ਸਤਿਗੁਰੂ ਸਵਾਰ ਦਿੰਦੇ ਨੇ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, नानक कामण कंतै भावै, आपे ही रावे पूरा सतगुर भेटिया, बिनसिया सब जंजाल। ਜਦੋਂ ਪੂਰੇ ਸਤਿਗੁਰੂ ਮਿਲੇ ਤਾਂ ਸਾਰਾ ਜਿਹੜਾ ਜੰਜਾਲ ਪਿਆ ਹੋਇਆ ਸੀ ਗਲ 'ਚ, ਧੰਦੇ ਸਤਿਗੁਰਾਂ ਨੇ ਸਿੱਖ ਦੇ ਗਲੋਂ ਧੰਦੇ ਸਾਰੇ ਲਾਹ ਤੇ। ਇਹ ਵੀ ਇੱਕ ਮਾਇਆ ਦਾ ਜਾਲ ਪਿਆ ਹੋਇਆ ਇਨਸਾਨ ਨੂੰ
ਸਵੇਰ ਤੋਂ ਲੈ ਕੇ ਰਾਤ ਸੌਣ ਤੱਕ ਇਹ ਜੰਜਾਲ ਨੇ। ਕਈਆਂ ਨੂੰ ਰਾਤ ਨੂੰ ਵੀ ਸੌਣਾ ਨਹੀਂ ਮਿਲਦਾ, ਰਾਤ ਨੂੰ ਵੀ ਜੰਜਾਲ ਗਲ ਪਏ ਹੋਏ ਨੇ ਉਹਨਾਂ ਦੇ। ਇਸ ਕਰਕੇ ਮਹਾਰਾਜ ਨੇ ਜਦੋਂ ਆਪਣੇ ਸਿੱਖ ਤੇ ਤਰਸ ਕੀਤਾ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਮੇਰੇ ਸਤਿਗੁਰਾ ਹਉ ਤੁਧ ਬਿਟਹੁ ਕੁਰਬਾਨ। हे ਮੇਰੇ ਸਤਿਗੁਰੂ ਮਹਾਰਾਜ, ਮੈਂ ਆਪ ਤੋਂ ਬਲਿਹਾਰ ਬਲਿਹਾਰ ਜਾਵਾਂ। ਬਲਿਹਾਰ ਕਿਹੜੇ ਕਿਹੜੇ ਬਲ ਹਾਰਦਾ ਤੂੰ ਮੇਥੋਂ? ਕਹਿੰਦੇ ਮੇਰੀ ਬੁੱਧੀ ਦਾ ਬਲ ਹਾਰ ਜਾਂਦਾ। ਤੁਹਾਨੂੰ ਦੇਖ ਕੇ, ਤੁਹਾਡੇ ਕੌਤਕ ਦੇਖ ਕੇ ਬੁੱਧੀ ਵਿਸਮਾਦ ਵਿੱਚ ਚਲੀ ਜਾਂਦੀ। ਜਿਹੜਾ ਮੇਰਾ ਦਿਮਾਗ ਕੰਮ ਕਰਦਾ ਸੀ ਉਹ ਵੀ ਬਲ ਹਾਰ ਗਿਆ, ਸਰੀਰਕ ਬਲ ਵੀ ਹਾਰ ਗਿਆ, ਪੈਸੇ ਦਾ ਬਲ ਵੀ ਹਾਰ ਗਿਆ, ਕੋਈ ਬਲ ਨਹੀਂ ਚੱਲਦਾ ਜਦੋਂ। ਉਦੋਂ ਹੁਣ ਕਹਿੰਦਾ ਬਲਿਹਾਰ ਬਲਿਹਾਰ ਜਾਵਾਂ। ਤੇਰੇ ਦਰਸ਼ਨ ਕਉ ਕੁਰਬਾਨੈ, ਤੇਰੇ ਦਰਸ਼ਨ ਕਉ ਬਲਿਹਾਰਨੈ, ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ। ਆਪ ਜੀ ਨੇ ਕਿਰਪਾ ਕਰਕੇ ਤੁਸ ਹੁੰਦਾ ਪ੍ਰਸੰਨ ਹੋ ਕੇ ਨਾਮ ਅੰਮ੍ਰਿਤ ਦਿੱਤਾ। ਇਸ ਲਈ ਮੈਂ ਤੁਹਾਡੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ। ਪਹਿਲਾਂ ਪ੍ਰਤੱਖ ਅੰਮ੍ਰਿਤ ਦਿੱਤਾ, ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ, ਉਹ ਵੀ 5 ਬਾਣੀਆਂ ਪੜ੍ਹ ਕੇ ਹੀ ਤਿਆਰ ਹੁੰਦਾ, ਉਹ ਵੀ ਨਾਮ ਅੰਮ੍ਰਿਤ ਹੀ ਹੈ। ਪਹਿਲਾਂ ਜੀਵ ਨੂੰ ਸ਼ੁੱਧ ਕਰਨਾ ਪੈਂਦਾ। ਭਾਂਡਾ ਧੋਏ ਬੈਸ ਧੂਪ ਦੇਹੋ ਤਉ ਦੁੱਧੈ ਕੋ ਜਾਵ। ਪਹਿਲਾਂ ਤਾਂ ਘਰੇ ਕੇਸੀ ਇਸ਼ਨਾਨ ਕਰ, ਸੁੱਚੇ ਬਸਤਰ ਪਾ, ਕਕਾਰ ਪਹਿਨ, ਇਹ ਸੁਚਮ ਹੋਈ। ਫਿਰ ਗੁਰੂ ਘਰ ਦੇ ਵਿੱਚ ਜਾ ਕੇ 5 ਪਿਆਰਿਆਂ ਨੇ ਅੰਮ੍ਰਿਤ ਛਕਾਇਆ, ਇਹ ਸੁਚਮ ਹੋਈ। ਭਾਂਡਾ ਅੰਦਰੋਂ ਤਿਆਰ ਕੀਤਾ, ਫਿਰ ਅੰਮ੍ਰਿਤ ਨਾਮ ਮਿਲਿਆ, ਫਿਰ ਉਹਦੇ ਤੇ ਅਭਿਆਸ ਕੀਤਾ, ਸੇਵਾ ਕੀਤੀ, ਫਿਰ ਉਹ ਨਾਮ ਸਾਡੇ ਹਿਰਦੇ 'ਚ ਗੁਰਾਂ ਨੇ ਕਿਰਪਾ ਕਰਕੇ ਵਸਾ ਦਿੱਤਾ। ਇਸ ਤਰ੍ਹਾਂ ਤਰਤੀਬ ਦੇ ਵਿੱਚ ਭਾਂਡਾ ਸਾਫ਼ ਹੋ ਕੇ ਹਿਰਦੇ 'ਚ ਨਾਮ ਵਸਦਾ। ਜਿਨ ਤੂੰ ਸੇਵਿਆ ਭਾਉ ਕਰ, ਸੇਈ ਪੁਰਖ ਸੁਜਾਨ। ਜਿਨ੍ਹਾਂ ਨੇ ਪ੍ਰੇਮ ਕਰਕੇ ਆਪ ਜੀ ਨੂੰ ਸੇਵਿਆ ਉਹ ਬੰਦੇ ਸਿਆਣੇ ਨੇ। ਕੋਈ ਕਹਿੰਦਾ ਫਲਾਨਾ ਬੜਾ ਸਿਆਣਾ ਬੰਦਾ ਹੈ, ਲੋਕੀ ਉਹਨੂੰ ਸਿਆਣਾ ਕਹਿੰਦੇ ਜਿਹੜਾ ਪੈਸਾ ਜੋੜ ਲੇ, ਮਕਾਨ 2 ਬਣਾ ਲੇ। ਪਰ ਮਹਾਰਾਜ ਕਹਿੰਦੇ ਮੇਰੇ ਗੁਰਸਿੱਖ ਉਹ ਸਿਆਣੇ ਨੇ ਜਿਹੜੇ ਮੈਨੂੰ ਪ੍ਰੇਮ ਨਾਲ ਮੇਰੀ ਸੇਵਾ ਕਰਦੇ ਨੇ। ਬੜੇ ਚਤਰ ਪੁਰਖ ਨੇ, ਉਹ ਸਿਆਣੇ ਨੇ। ਉਹ ਕਹਿੰਦੇ ਅੱਗੇ ਲਈ ਬੀਜ ਲਿਆ। ਜਦੋਂ ਆਹ ਥਾਂ ਖਰੀਦਿਆ ਸੀਗਾ ਇੱਥੇ ਗੁਰੂ ਘਰ ਦਾ, ਜਾਣਦੇ ਹੋ ਆਪ ਪ੍ਰੇਮੀ ਨੇ ਆਪਣਾ ਘਰ ਹੀ ਨਹੀਂ ਖਰੀਦਿਆ, ਉਹਨਾਂ ਪੈਸਿਆਂ ਦੇ ਥਾਂ ਹੀ ਲੈ ਲਿਆ। ਉਹਨੇ ਬੀਜ ਲਿਆ, ਸਦਾ ਵਾਸਤੇ ਬੀਜ ਲਿਆ। ਮਹਾਰਾਜ ਸੱਚੇ ਪਾਤਸ਼ਾਹ ਤੋਂ ਆਪਣਾ ਆਪ ਕੁਰਬਾਨ ਕਰ ਦੇਣਾ ਹੀ ਸਿਆਣਪ ਹੁੰਦੀ ਹੈ। ਆਪਣੇ ਘਰ ਨੂੰ ਲੋਕ ਪਹਿਲਾਂ ਬਣਾਉਂਦੇ ਨੇ, ਆਪਣਾ ਕੰਮ ਪਹਿਲਾਂ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਆਪਣੇ ਪਿਆਰਿਆਂ ਨੂੰ ਇਹੀ ਜੀ ਸੋਝੀ ਪਾਉਂਦੇ ਨੇ ਕਿ ਉਹੋ ਜਿਹਾ ਕਰਮ ਕਰਵਾ ਦੇਣਾ ਕਿ ਜਿਹੜਾ ਬੀਜ ਵੱਡਾ ਬਿਜਵਾ ਦੇਣਾ। ਤਿਨਾਂ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਧਾਨ। ਜਿਨ੍ਹਾਂ ਦੇ ਅੰਦਰ ਨਾਮ ਰੂਪ ਖਜ਼ਾਨਾ ਹੈ, ਉਹਨਾਂ ਦੇ ਪਿੱਛੇ ਲੱਗ ਕੇ ਆਪਾਂ ਜਮਦੂਤਾਂ ਤੋਂ ਬਚ ਜਾਂਦੇ ਹਾਂ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇੱਕ ਓਂਕਾਰ ਦਾ ਵਾਸਾ ਹੋ ਜਾਂਦਾ ਹੈ, ਜਿਨ੍ਹਾਂ ਨੂੰ ਇੱਕ ਓਂਕਾਰ ਨਜ਼ਰ ਆਉਣ ਲੱਗ ਜਾਂਦਾ ਹੈ, ਉਹ ਇੱਕ ਓਂਕਾਰ ਦੀ ਕਿਰਪਾ ਦਾ ਸਦਕਾ ਜਮਦੂਤ ਨਹੀਂ ਨੇੜੇ ਆਉਂਦੇ, ਸਭ ਦੌੜ ਜਾਂਦੇ ਨੇ। ਜਿਨ੍ਹਾਂ ਦੇ ਹਿਰਦੇ 'ਚ ਵਸਿਆ ਹੋਇਆ, ਉਹਨਾਂ ਦੇ ਜੇ ਕੋਲ ਵੀ ਬੈਠ ਜਾਈਏ ਤਾਂ ਵੀ ਜਮਦੂਤ ਪਰੇ ਹੀ ਚਲੇ ਜਾਂਦੇ ਨੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾਹੁ, ਨਾ ਤੂੰ ਨਹਿ ਛੁਟੈ ਨਿਕਟ ਨ ਜਾਈਓ ਦੂਤ। ਗੁਰ ਜੇਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮ ਦਾਨ। ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜਿੱਡਾ ਹੋਰ ਕੋਈ ਨਹੀਂ ਹੈ ਜਿਨ੍ਹਾਂ ਨੇ ਸਾਨੂੰ ਆਤਮਿਕ ਦਾਨ ਦਿੱਤਾ। ਅੰਤਰਾਤਮੇ ਜਿਹੜੀ ਬਖਸ਼ਿਸ਼ ਕੀਤੀ ਹੈ ਗੁਰਸਿੱਖਾਂ ਨੂੰ, ਆਤਮਿਕ ਰਸ ਜਿਹੜਾ ਬਖਸ਼ਿਆ ਹੈ, ਇਹ ਰਸ ਨੂੰ ਸਾਰੇ ਭਾਲਦੇ ਫਿਰਦੇ ਨੇ। ਸੁਰ ਨਾਨ ਮਨਜਾ ਨੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ। ਦੁਨੀਆ ਵਿੱਚ ਉਹ ਬੰਦੇ ਆਏ ਹੋਏ ਪ੍ਰਵਾਨਨੀਕ ਨੇ ਜਿਨ੍ਹਾਂ ਨੂੰ ਸੁਭਾਵਕ ਹੀ ਸ੍ਰੇਸ਼ਟ ਪ੍ਰੇਮ ਕਰਕੇ ਸਤਿਗੁਰੂ ਜੀ ਮਿਲੇ ਨੇ, ਜਿਨ੍ਹਾਂ ਦਾ ਸੁਭਾਅ ਗੁਰੂ ਦੇ ਨਾਲ ਮਿਲ ਗਿਆ, ਜਿਹੜੇ ਗੁਰੂ ਦੇ ਆਖੇ ਲੱਗ ਕੇ ਚੱਲਦੇ ਨੇ, ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਗੱਲ ਭਾ ਜਾਂਦੀ ਹੈ। ਮਨੁੱਖ ਸੋਚਣ ਬੈਠ ਜਾਂਦਾ। ਅਸਲ ਵਿੱਚ ਮਨੁੱਖ ਜਦੋਂ ਸਤਿਗੁਰੂ ਜੀ ਕੋਈ ਬਚਨ ਕਹਿੰਦੇ ਨੇ, ਫਿਰ ਸੋਚਦਾ ਜੇ ਮੈਂ ਇਹ ਕੀਤਾ ਤਾਂ ਫਿਰ ਮੇਰਾ ਉਹ ਫਲਾਨਾ ਕੰਮ ਰਹਿ ਜਾਵੇਗਾ, ਫਿਰ ਮੇਰੇ ਉੱਥੇ ਇੰਨੇ ਨੁਕਸਾਨ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ
ਇਹੋ ਜਿਹਾ ਸਿੱਖ ਨਹੀਂ ਚਾਹੀਦਾ ਜਿਹੜਾ ਸੋਚਣ ਬਹਿ ਜੇ। ਜਦੋਂ ਸੀਸ ਮੰਗਿਆ 10ਵੇਂ ਪਾਤਸ਼ਾਹ ਨੇ, ਇੱਕ ਸਿੱਖ ਦੇ ਸਿਰ ਦੀ ਲੋੜ ਹੈ, ਨੀਵੀਆਂ ਪੈ ਗਈਆਂ, ਸੋਚਣ ਬਹਿ ਗਏ ਜੇ ਮੈਂ ਮਰ ਗਿਆ ਮੇਰੇ ਨਿਆਣੇ ਦਾ ਕੀ ਬਣੂ। ਕੋਈ ਆਖੇ ਜੇ ਮੈਂ ਮਰ ਗਿਆ ਫਲਾਨੇ ਕੰਮਾਂ ਦਾ ਕੀ ਬਣੂ। ਕੋਈ ਆਖੇ ਜੇ ਮੈਂ ਮਰ ਗਿਆ ਮੇਰਾ ਸਿਰ ਲਾਹ ਗੁਰਾਂ ਨੇ, ਤਾਂ ਫਿਰ ਇਹ ਸੰਸਾਰ ਦੇ ਸੁੱਖ ਕੌਣ ਭੋਗੂਗਾ। ਪਤਾ ਨਹੀਂ ਕੀ ਕੀ ਸੋਚ ਕੇ ਨੀਵੀਆਂ ਪਾ ਕੇ ਬੈਠੇ। ਸੋ ਉਸ ਵਕਤ ਉਹ 5 ਜਿਨ੍ਹਾਂ ਨੇ ਇਹ ਸੋਚਿਆ ਕਿ ਸਿਰਫ ਗੁਰਾਂ ਦਾ ਬਚਨ ਮੰਨਣਾ, ਬਸ ਸਾਰੇ ਸੁੱਖ ਗੁਰੂ ਤੋਂ ਵਾਰ ਦਿੱਤੇ। ਜਿਨ੍ਹਾਂ ਨੇ ਗੁਰਾਂ ਦੇ ਬਚਨ ਨੂੰ ਵੱਡਾ ਕਰਕੇ ਜਾਣਿਆ, ਪਹਿਲੀ ਆਵਾਜ਼ ਹੀ ਉੱਠ ਖੜੇ ਹੋਏ ਨੇ ਔਰ ਆਪਣੇ ਸੀਸ ਭੇਟਾ ਕਰ ਦਿੱਤੇ ਨੇ। ਜਦੋਂ ਦੇਖਿਆ ਸੁਰਜੀਤ ਹੋ ਗਏ, ਫੇਰ ਸਾਰੇ ਹੀ ਖੜੇ ਹੋਣ ਲੱਗ ਪਏ। ਭਾਈ ਰਾਮ ਸਿੰਘ, ਦੇਵਾ ਸਿੰਘ, ਟਹਿਲ ਸਿੰਘ, 5 ਮੁਕਤੇ ਬਾਅਦ ਖੜੇ ਹੋਏ। ਮਹਾਰਾਜ ਕਹਿਣ ਲੱਗੇ ਹੁਣ ਤਾਂ ਸਮਾਂ ਲੰਘ ਗਿਆ, ਸਾਨੂੰ ਤਾਂ ਸਿਰਫ ਅਕਾਲ ਪੁਰਖ ਦੀ ਭੇਟਾ ਲਈ 5 ਸੀਸ ਚਾਹੀਦੇ ਸੀ। ਅਕਾਲ ਪੁਰਖ ਜੀ ਪਰਖਦੇ ਨੇ ਆਪਣੇ ਪਿਆਰਿਆਂ ਨੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਸਾਨੂੰ ਪਰਖਦੇ ਨੇ ਕਿ ਮੇਰੇ ਲਈ ਕੀ ਕਰਦਾ। ਜਦੋਂ ਸੋਚਣ ਬੈਠ ਗਿਆ ਉਹ ਗੁਰੂ ਦਾ ਸਿੱਖ ਨਹੀਂ। ਜਦੋਂ ਇੱਕਦਮ ਗੁਰੂ ਦੇ ਆਖੇ ਲੱਗ ਕੇ ਕਾਰਜ ਕਰ ਦਿੱਤਾ, ਸਤਿਗੁਰੂ ਤੋਂ ਪ੍ਰਸੰਨ ਹੁੰਦੇ ਨੇ। ਇਹਨੇ ਮੇਰੀ ਆਗਿਆ ਮੰਨੀ, ਦੁਬਾਰਾ ਮੋੜ ਕੇ ਜਵਾਬ ਹੀ ਨਹੀਂ ਦਿੱਤਾ। ਇਹਨੇ ਜਿਹੜੀਆਂ ਸਲਾਹਾਂ 'ਚ ਗੱਲ ਪੈ ਗਈ ਉਹ ਗਈ। ਸਤਿਗੁਰੂ ਜਾਣ ਲੈਂਦੇ ਨੇ ਇਹ ਹੁਕਮ ਨੂੰ ਮੰਨਣ ਤੋਂ ਮੁਨਕਰ ਹੋ ਰਿਹਾ। ਫਿਰ ਸਿੱਖ ਸੋਚਦਾ ਨਹੀਂ, ਕਿਉਂਕਿ ਸੋਚ ਸਾਡੀ ਸਤਿਗੁਰੂ ਕੋਲ ਹੀ ਹੈ। ਫਿਰ ਮਹਾਰਾਜ ਜਾਣਨ, ਮਹਾਰਾਜ ਦਾ ਕੰਮ ਜਾਣੇ, ਅਸੀਂ ਤਾਂ ਹੁਕਮ ਮੰਨ ਲੈਣਾ। ਇਸ ਤਰ੍ਹਾਂ ਕਰਕੇ ਸਿੱਖ ਹੁੰਦਾ। ਜਦੋਂ ਅੰਮ੍ਰਿਤ ਛਕਣ ਨੂੰ ਕਹਿੰਦੇ ਆ, ਬੜੀਆਂ ਗੱਲਾਂ, ਹੁਜਤਾਂ, ਦਲੀਲਾਂ, ਪਤਾ ਨਹੀਂ ਕੀ ਕੀ ਕੁਛ ਕਹਿੰਦੇ ਨੇ। ਫਿਰ ਕਿਤੇ ਤੁਸੀਂ ਸਾਹਮਣੇ ਫਸਟ ਕਲਾਸ ਸਿੱਖ ਬਣ ਗਏ। ਹੋਰ ਵੀ ਕੋਈ ਬਚਨ ਜਦੋਂ ਕਰਦੇ ਆ ਉਹਨੂੰ ਜਵਾਬ ਦੇ ਦੇਣਾ, ਉਹ ਗੱਲ ਨਹੀਂ ਠੀਕ, ਆਹ ਨਹੀਂ। ਜਦੋਂ ਆਪਣੀ ਜਿਹਨੇ ਕੁਰਬਾਨੀ ਕਰਨੀ ਹੈ ਗੁਰਾਂ ਲਈ, ਪਤੰਗਾ ਲਾੜ ਤੇ ਜਾ ਕੇ ਨਹੀਂ ਸੋਚਦਾ, ਉਹ ਕੁਰਬਾਨ ਹੋ ਜਾਂਦਾ। ਇਸ ਤਰ੍ਹਾਂ ਗੁਰਸਿੱਖ ਗੁਰਾਂ ਦੇ ਬਚਨ ਤੋਂ ਕੁਰਬਾਨ ਹੋ ਜਾਂਦਾ। ਫਿਰ ਨਹੀਂ ਸੋਚਦਾ ਕੀ ਹੋਣਾ ਹੈ, ਉਹ ਬਾਅਦ 'ਚ ਦੇਖਾਂਗੇ, ਪਹਿਲਾਂ ਗੁਰਾਂ ਦੇ ਬਚਨ ਨੂੰ ਮੰਨ ਲਈਏ। ਇਸ ਤਰ੍ਹਾਂ ਜਿਹੜੇ ਗੁਰਾਂ ਦੇ ਭਾਏ ਅਨੁਸਾਰ ਚੱਲੇ ਨੇ, ਸੱਚੇ ਸੇਤੀ ਰਤਿਆਂ ਦਰਗਹਿ ਬੈਸਣ ਜਾਏ। ਸੱਚੇ ਵਾਹਿਗੁਰੂ ਦੇ ਸੱਚ ਨਾਮ ਨਾਲ ਤਦਾਕਾਰ ਹੋਣ ਕਰਕੇ ਨਾ ਪਰਲੋਕ ਦੇ ਵਿੱਚ, ਦਰਗਾਹ ਦੇ ਵਿੱਚ ਬੈਠਣਾ ਪ੍ਰਾਪਤ ਹੁੰਦਾ ਉਹਨੂੰ। ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ। ਸਾਰੀਆਂ ਵਡਿਆਈਆਂ ਕਰਤਾ ਪੁਰਖ ਦੇ ਹੱਥ 'ਚ ਹੀ ਨੇ। ਵਾਹਿਗੁਰੂ ਨੇ ਵਡਿਆਈਆਂ ਦੇਣੀਆਂ ਜਿਹਨੂੰ ਮਰਜ਼ੀ ਦੇ ਦੇਵੇ, ਕਿਉਂਕਿ ਪੂਰਬਲੇ ਕਰਮਾਂ ਦਾ ਲੇਖ ਚੰਗਾ ਲਿਖਿਆ ਹੋਵੇ ਤਾਂ ਇਹ ਜੀਵ ਨੂੰ ਫਿਰ ਵਡਿਆਈਆਂ ਮਿਲ ਹੀ ਜਾਂਦੀਆਂ ਨੇ। ਅਕਾਲ ਪੁਰਖ ਵਡਿਆਈਆਂ ਦੇਣ ਵਾਲੇ ਨੇ, ਆਪੇ ਹੀ ਕਰਾਉਣ ਵਾਲੇ ਨੇ, ਆਪੇ ਹੀ ਕਰਨ ਵਾਲੇ ਨੇ। 5 ਨੇ ਗੁਰਾਂ ਦੇ ਹੁਕਮ ਨੂੰ ਮੰਨਦਿਆਂ ਸੀਸ ਦਿੱਤਾ। ਸੀਸ ਵੱਖਰੇ ਵੀ ਕੀਤੇ, ਅੰਮ੍ਰਿਤ ਤਿਆਰ ਵੀ ਕੀਤਾ, ਛਿੱਟਾ ਦੇ ਕੇ 5 ਸੁਰਜੀਤ ਵੀ ਕੀਤੇ। ਫੇਰ ਪਤਾ ਲੱਗਿਆ ਦੁਨੀਆ ਨੂੰ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਇਹ ਬਚਨ ਜਿਹੜਾ ਫਰਮਾਉਂਦੇ ਨੇ ਕਿ ਦਰਗਾਹ ਦੇ ਵਿੱਚ ਬੈਠਣਾ ਮਿਲਦਾ ਹੈ, ਪਰ ਪੂਰਬਲੇ ਕਰਮ ਜੇ ਚੰਗੇ ਹੋਣ। ਸੱਚ ਕਰਤਾ ਸੱਚ ਕਰਨਹਾਰ, ਸੱਚ ਸਾਹਿਬ ਸੱਚ ਟੇਕ। ਉਹ ਕਰਤਾ ਪੁਰਖ ਪਿੱਛੇ ਵੀ ਸੱਚ ਹੀ ਸੀ ਤੇ ਹੁਣ ਵੀ ਕਰਨਹਾਰ ਪਰਮੇਸ਼ਰ ਸੱਚਾ ਹੀ ਹੈ। ਉਹ ਸਾਹਿਬ ਅੱਗੇ ਨੂੰ ਵੀ ਸੱਚਾ ਹੀ ਹੋਵੇਗਾ। ਉਹਦਾ ਜਿਹੜਾ ਟੇਕ ਆਸਰਾ ਲੈਂਦੇ ਆਪਾਂ, ਇਹ ਵੀ ਸੱਚਾ ਹੀ ਹੈ। ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ। ਉਹ ਸੱਚੇ ਨੂੰ ਸੱਚ ਕਰਕੇ ਜੇ ਕਥਨ ਕਰੀਏ ਤਾਂ ਬੁੱਧੀ ਵਿੱਚ ਸੱਚਾ ਵਿਵੇਕ ਹੁੰਦਾ, ਵਿਚਾਰ ਪ੍ਰਾਪਤ ਹੁੰਦਾ। ਬੁੱਧੀ ਦੇ ਅੰਦਰ ਕਿਰਿਆ ਹੁੰਦੀ, ਕਿਉਂਕਿ ਅੰਦਰਲੀ ਕਿਰਿਆ ਸਾਰੀ ਪ੍ਰਕਾਸ਼ ਤੇ ਖੜੀ ਹੈ। ਜਿਵੇਂ ਸਾਡੇ ਅੰਦਰ ਮੁੱਖ ਚੀਜ਼ ਕੰਮ ਕਰਦੀ ਆਤਮਾ। ਆਤਮਾ ਪਰਮਾਤਮਾ ਹੀ ਹੈ। ਆਤਮਾ ਪ੍ਰਕਾਸ਼ ਰੂਪ ਹੈ। ਆਤਮਾ ਚੇਤਨ ਹੈ ਤੇ ਚੇਤਨ ਹੋਣ ਕਰਕੇ ਆਤਮਾ ਬੁੱਧੀ ਨੂੰ ਵੀ ਚੇਤਨ ਕਰਦੀ ਹੈ। ਬੁੱਧੀ ਚੇਤਨ ਹੋ ਕੇ ਮਨ ਨੂੰ ਸੁਚੇਤ ਕਰਦੀ ਹੈ, ਅੱਗੇ ਮਨ ਨੂੰ ਵੀ ਚੇਤਨ ਕਰਦੀ ਹੈ। ਮਨ ਇੰਦਰੀਆਂ ਨੂੰ ਚੇਤਨ ਕਰਦਾ ਹੈ। ਇਸ ਤਰ੍ਹਾਂ ਇਹ ਚੀਜ਼ਾਂ ਸਿਸਟਮ ਨਾਲ ਚੱਲਦੀਆਂ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜੀ ਆਤਮਾ ਹੈ ਸਾਡੀ, ਇਹ ਪ੍ਰਕਾਸ਼ ਰੂਪ ਹੈ। ਆਤਮਾ ਅੱਗੇ ਫਿਰ ਬੁੱਧੀ ਤੇ ਜਿਹੜਾ ਲਾਈਟ ਪਾਉਂਦੀ ਹੈ, ਉਹਦੇ ਕਰਕੇ ਸਾਡੀ ਬੁੱਧੀ ਸੋਚਦੀ ਹੈ, ਵਿਚਾਰ ਕਰਦੀ, ਨਿਸ਼ਚਾ ਕਰਦੀ ਹੈ। ਮਹਾਰਾਜ ਕਹਿੰਦੇ ਨੇ ਉਹ ਬੁੱਧੀ ਮੰਦ ਹੈ।
प्रकाश पिछों पूरा ही है, बुद्धि मंद है। मंद इस करके जिवें बड़ी देर दे कोई बल्ब जे लगे होण, उन्हां दे उत्ते हौली हौली धुआं जिहा जम जांदा अते ओह चानण तां पिछों पूरा ही आउंदा, पर धुआं जिहा जम्मण करके ਉਹਦੀ लाइट घट जांदी। इसे तरह बुद्धि साडी मंद हो जाती, तो मंद बुद्धि नूं प्रकाश पाउण लई सानूं सच्चो सच विखाणी है। वो सच्चे नूं सच करके कथन करिए तो बुद्धि विच सच्चा विवेक पैदा हुंदा। बुद्धि दे उपरली मैल उतर के, मैल यही है जिहड़ी संसार नूं बुद्धि सच्चा मन्नी बैठी साडी। संसार सच्चा है, धीआं पुत्रां दे मोह च फसिया है, विकारां विच फसिया है, स्वादां विच फसिया है। ये बुद्धि इसे करके साडी जिहड़ी है प्रकाशमान सच उचारण नाल हुंदी। हुण आम तौर ते पिंडां दे विच देखिया सी जां रसोईयां विच चूल्हे बालने, पुराने टाइमां 'च स्टोव जे बालने, ਉਹ ਜਿਹੜੇ रसोई ਦੇ बल्ब ਹੁੰਦੇ ਸੀ ਉਹ ਵੀ ਧੂਏ ਨਾਲ ਕਾਲੇ ਹੋ ਜਾਣੇ। 100 ਵਾਟ ਦਾ ਬਲਬ ਵੀ ਉੱਥੇ ਜ਼ੀਰੋ ਜਿੰਨਾ ਹੀ ਚਾਨਣ ਕਰਦਾ। ਫਿਰ ਉਹਨੂੰ ਉਤਾਰ ਕੇ ਸਰਫ ਵਾਲੇ ਪਾਣੀ ਨਾਲ ਧੋ ਕੇ ਐ ਲਿਸ਼ਕਾ ਕੇ ਲਾ ਦਈਏ, ਫਿਰ ਚਾਨਣ ਕਰ ਦਿੰਦਾ। ਇਸੇ ਤਰ੍ਹਾਂ ਸਾਡੀ ਬੁੱਧੀ ਦੇ ਉੱਤੇ ਜਿਹੜੀ ਮੈਲ ਚੜ੍ਹ ਜਾਂਦੀ ਹੌਲੀ ਹੌਲੀ, ਦੁਨੀਆ ਸੱਚੀ ਹੈ, ਇਹ ਮੇਰਾ ਪਰਿਵਾਰ ਹੈ, ਮੋਹ ਮਾਇਆ ਮਮਤਾ ਦੀ ਮੈਲ ਚੜ੍ਹਦੀ ਗਈ, ਬੁੱਧੀ ਜਿਹੜੀ ਮੰਦ ਪੈ ਗਈ। ਪਿੱਛੋਂ ਪ੍ਰਕਾਸ਼ ਪੂਰਾ ਸੀ ਆਤਮਾ ਦਾ, ਪਰ ਮਹਾਰਾਜ ਕਹਿੰਦੇ ਨੇ ਫਿਰ ਉਹ ਪ੍ਰਕਾਸ਼ ਜਿਹੜਾ ਸੀ ਬੁੱਧੀ ਦੇ ਉੱਤੇ ਜਿਹੜਾ ਉਹ ਜਾਲਾ ਜਿਹਾ ਆ ਗਿਆ, ਧੂੜਾ ਜੰਮ ਗਿਆ, ਕਾਲਖ ਆ ਗਈ। ਹੁਣ ਬੁੱਧੀ ਨੂੰ ਸਾਫ਼ ਕਰਨ ਲਈ ਨਾ ਤਾਂ ਕੋਈ, ਸਤਿਗੁਰੂ ਕੀ ਕਹਿੰਦੇ ਨੇ, ਭਰੀਆ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਰੰਗ ਨਾਲ ਉਹ ਜਿਹੜੀ ਬੁੱਧੀ ਦੇ ਉੱਤੇ ਮੈਲ ਜੰਮੀ ਹੋਈ ਸੀ, ਲੋਕੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ। ਇੱਥੋਂ ਪਹਿਲਾਂ ਤਾਂ ਪਛਾਣ ਜੀ ਆ ਜਾਂਦੀ ਵੀ ਇਹ ਤਾਂ ਦਿਮਾਗ ਮੋਟਾ ਜਿਹਾ ਹੀ ਆ ਵਿਚਾਰੇ ਦਾ, ਇਹਨੂੰ ਛੱਡੋ ਪਰੇ। ਜਦ ਸਮਝਾ ਕੇ ਦੇਖ ਲੈਂਦੇ ਸ਼ਾਇਦ ਗੱਲ ਬਣ ਜੇ। ਨਾਸਤਕ, ਨਿਸ਼ਰਦਕ, ਮੋਟੀ ਬੁੱਧੀ ਵਾਲੇ, ਅਸੰਖ ਮੂਰਖ ਅੰਧਘੋਰ ਜਿਹੜੇ ਹੁੰਦੇ ਨੇ, ਐਸੀ ਗੱਲ ਕਹਿਣਗੇ ਕੀ ਫਾਇਦਾ ਹੈ ਬਾਣੀ ਇੰਨੀ ਪੜ੍ਹਨ ਦਾ, ਕੀ ਫਾਇਦਾ 25 ਪਾਠਾਂ ਦਾ, ਕੀ ਫਾਇਦਾ। ਜਦੋਂ ਸਿਆਣਾ ਬੰਦਾ ਕੋਈ ਗੱਲ ਦੱਸਦਾ ਉਹਦੀ ਗੱਲ ਨੂੰ ਪ੍ਰਵਾਨ ਕਰਨ ਦੀ ਬਜਾਏ ਉਹਦੀ ਉਲਟੀ ਕਾਟ ਮਾਰ ਦੇਣੀ, ਨਿੰਦਾ ਕਰ ਦੇਣੀ ਉਹਦੀ। ਇਹ ਨਹੀਂ ਗੱਲ ਠੀਕ, ਮੈਨੂੰ ਮੰਨੋ ਮੈਂ ਠੀਕ ਕਹਿਣਾ। ਪਰ ਜਿਹੜਾ ਮੈਲ ਉਤਾਰਨੀ ਹੈ, ਸਤਿਗੁਰੂ ਕੀ ਕਹਿੰਦੇ, ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਸਤਿਗੁਰੂ ਕਹਿੰਦੇ ਨੇ ਜਿਹੜੀ ਹੈ ਨਾ ਮੈਲ, ਇਹ ਬਾਣੀ ਪੜ੍ਹਨ ਦੇ ਨਾਲ ਹੌਲੀ 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 ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਹੋਆ ਸਿਆਹੋ ਖੰਦਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹੋ। ਉਹ ਲੀਰ ਜੀ ਜਿਹਦੇ ਨਾਲ ਸਾਫ ਸਫਾਈ ਕਰਦੇ ਆ ਰਸੋਈ ਦੇ ਅੰਦਰ, ਠੰਡੀਆਂ ਚੀਜ਼ਾਂ, ਪੁਰਾਣੇ ਟਾਈਮ 'ਚ ਲੱਸੀ ਵਾਲਾ ਭਾਂਡਾ ਸਾਫ ਕਰਦੇ, ਮੱਖਣ ਵਾਲਾ, ਜਿੰਨਾ ਮਰਜ਼ੀ ਧੋ ਕੇ ਸੁੱਕਣਾ ਪਾ ਲਓ ਸਾਬਣ ਨਾਲ, ਉਹ ਮੈਲਾ ਹੈ ਠੰਡਿਆਈ ਦਾ। ਇਸੇ ਤਰ੍ਹਾਂ ਜਿਹੜੀ ਮਾਇਆ ਦੀ ਚਿਕਨਾਹਟ ਚਿੰਬੜ ਜਾਂਦੀ ਬੁੱਧੀ ਦੇ ਉੱਤੇ, ਚਿਕਨਾਹਟ ਇੱਕ ਚੀਜ਼ ਹੁੰਦੀ, ਧੋਤਿਆਂ ਮਾੜਿਆ ਪਾਣੀ ਮਾਰਿਆ ਸਾਫ਼ ਹੋ ਗਈ। ਇੱਕ ਉਹ ਚੀਜ਼ਾਂ ਜਿਹੜੀਆਂ ਚੀਕਣੀਆਂ ਚਿੰਬੜ ਜਾਣ ਤੇ ਫਿਰ ਲਹਿੰਦੀਆਂ ਨਹੀਂ ਹੈ, ਰਗੜ ਕੇ ਵੀ ਲਹਿੰਦੀਆਂ, ਫਿਰ ਉਹ ਕੈਮੀਕਲ ਨਾਲ ਲਾਈਆਂ ਜਾਂਦੀਆਂ, ਜਾਂ ਫਿਰ ਕਈ ਭਾਂਡਿਆਂ ਨੂੰ ਘਿਓ ਹੀ ਚਿੰਬੜ ਜਾਂਦਾ, ਫਿਰ ਉਹਨੂੰ ਗਰਮ ਕਰੀਏ ਅੱਗ ਤੇ ਤੱਤੇ ਪਾਣੀ ਨਾਲ ਧੋਣਾ ਪੈਂਦਾ। ਮਹਾਰਾਜ ਕਹਿੰਦੇ ਬੁੱਧੀ ਦੇ ਉੱਤੇ ਮਾਇਆ ਦੀ ਚਿਕਨਾਹਟ ਜੰਮ ਗਈ, ਕਾਲਖ ਜੰਮ ਗਈ, ਕਈ ਚੀਜ਼ਾਂ ਇਕੱਠੀਆਂ ਹੋ ਕੇ ਜੰਮ ਗਈਆਂ ਉੱਥੇ। ਇੱਕ ਪਾਸੇ ਤਾਂ ਮਾਇਆ, ਫਿਰ ਇਹਦੀ ਚਿਕਨਾਹਟ, ਫਿਰ ਇਹਦਾ ਚਿੰਬੜਨਾ, ਫਿਰ ਇਹਨੇ ਲੈਣਾ ਨਾ, ਫਿਰ ਉਸ ਨੂੰ ਅਸੀਂ ਬਾਣੀ ਪੜ੍ਹ ਕੇ ਰੋਜ਼ ਪਾਠ, ਥੋੜਾ ਨਹੀਂ ਫਿਰ ਬਹੁਤ ਕਰਨਾ ਪੈਂਦਾ। ਸੇਵਾ ਕਰਨੀ, ਫਿਰ ਪਾਠ ਕਰਨਾ, ਫਿਰ ਸਿਮਰਨ ਕਰਨਾ, ਫਿਰ ਸਤਿਗੁਰੂ ਕਹਿੰਦੇ ਬੁੱਧੀ ਦੇ ਉੱਤੋਂ ਮੈਲ ਉਤਰਨੀ ਸ਼ੁਰੂ ਹੁੰਦੀ। ਜਿਉਂ ਮੈਲ ਉਤਰਦੀ ਹੈ ਤਿਉਂ ਸੁਖ ਅਨੁਭਵ ਹੁੰਦਾ। ਮਨਮੁਖ ਨੂੰ ਕਹਿੰਦੇ ਜਿਉਂ ਚਲਹਿ ਚੁਭੈ ਦੁਖ ਪਾਵ ਹੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ।
ਮਹਾਰਾਜ ਕਹਿੰਦੇ ਇਸ ਤਰ੍ਹਾਂ ਆਪਾਂ ਬੁੱਧੀ ਦੇ ਉੱਤੋਂ ਚਿਕਨਾਹਟ ਵਾਲੀ ਮੈਲ ਜੋ ਚਿਪਕੀ ਪਈ ਹੈ ਉਹਨੂੰ ਉਤਾਰਨ ਲਈ ਬਹੁਤ ਜ਼ਿਆਦਾ ਅਭਿਆਸ ਦੀ ਲੋੜ ਪੈਂਦੀ, ਜਿੱਥੇ ਨਾ ਤਾਂ ਹੱਥ ਪਹੁੰਚਦਾ ਨਾ ਕੋਈ ਕੈਮੀਕਲ ਪਹੁੰਚਦਾ। ਬੁੱਧੀ ਕਿਉਂਕਿ ਸੂਖਮੀ ਇੰਨੀ ਜ਼ਿਆਦਾ ਹੈ, ਪ੍ਰਕਾਸ਼ ਰੂਪ ਹੈ, ਫਿਰ ਉਹ ਪ੍ਰਕਾਸ਼ ਨੂੰ ਜਿਹੜਾ ਸਫਾਈ ਕਰਨੀ ਹੈ ਉਹਨੂੰ ਫਿਲਟਰ ਕਰਨਾ ਬਹੁਤ ਔਖਾ। ਇਸ ਕਰਕੇ ਜਿਵੇਂ ਹਵਾ ਦੇ ਵਿੱਚ ਧੂੰਆਂ ਮਿਲ ਜੇ ਤੇ ਇਹਨੂੰ ਆਪਾਂ ਕਹੀਏ ਮੈਂ ਇਹਨੂੰ ਫਿਲਟਰ ਕਰਦੇ ਹਾਂ, ਇਹ ਵਿੱਚ ਮਿਕਸ ਹੋ ਜਾਂਦਾ ਹਵਾ ਦੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਬੁੱਧੀ ਦੇ ਉੱਤੇ ਜਿਹੜੀ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਬਹੁਤ ਭਜਨ ਬੰਦਗੀ ਸਿਮਰਨ ਕਰਨ ਦੇ ਨਾਲ ਹੀ ਉਤਰਦੀਆਂ ਨੇ। ਤਾਂ ਸਤਿਗੁਰੂ ਕਹਿੰਦੇ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ। ਇੱਕ ਰਸ ਜੋ ਸਾਰਿਆਂ ਵਿੱਚ ਰਵਿਆ ਮਿਲ ਰਿਹਾ ਨਾ ਪ੍ਰਮਾਤਮਾ। ਮਹਾਰਾਜ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਕਥਨ ਕਰਦੇ ਨੇ, ਅਸੀਂ ਉਸ ਇੱਕ ਨੂੰ ਹੀ ਜਪ ਕੇ ਜਿਉਂਦੇ ਹਾਂ, ਹੋਰ ਨਹੀਂ ਅਸੀਂ ਕੋਈ ਕਾਰਜ ਕਰਦੇ ਹਾਂ।